मरण दुख जाए। दर्शन परसै गुरु कै जन्म मरण दुख जाए। श्री वाहिगुरु जी सारंग महला पंजवा। अपनी इतनी कछु ना सारी, अनिक काज अनिक तावरता। और ज्यो आन जंजारी, अपनी इतनी कछु ना सारी। अनिक काज अनिक तावरता। और ज्यो आन जंजारी रहा। देवस चार के दीसै संगी, ऊहा नाही जह पारी। तिन स्यों राच माच हित लायो, जो काम नहीं गावारी। हाउ नाही नाही किछ मेरा, ना हमरो बस चारी। करन करावन नानक के प्रभ, संतन संग उधारी। हऊँ नाही नाही किछ मेरा, ना हमरो बस चारी। करन करावन नानक के प्रभ, संतन संग उधारी। वाहिगुरु जी का खालसा, वाहिगुरु जी की फतेह। परम सन्मानयोग जुगो जुग अटल धन धन श्री गुरु ग्रंथ साहिब महाराज जी की पावन हजूरी अंदर अमृत वेले का आनंद माण रहे गुरु प्यार वाले सतसंगी जनों। बेनती है दिल्ली से गुरुद्वारा प्रबंधक कमेटी वालों 24 तरीक नूं पंथ रतन मास्टर तारा सिंह जी का 135वां जन्मदिन NDMC कन्वेंस हाल सामने जंतर मंतर विखे शाम 4 बजे तो विशेष समागम करवाए जा रहे हैं। हाज़री भरन की कृपालता करनी। 25 तरीक नूं बाबा बंदा सिंह जी बहादुर तिन्हां दा शहीदी दिहाड़ा अमृत वेले तो शाम तक गुरुद्वारा बाबा बंदा सिंह जी बहादुर महरोली विखे मनाया जा रहा है। 29 तरीक नूं महाराजा रणजीत सिंह जी की बरसी शाम तो रात्रि 10:30 बजे तक गुरुद्वारा बंगला साहिब विखे मनाई जाएगी। इन्हां समूह समागमां विच हाज़रियां भरो, अपने जीवन नूं सफल बनाओ जी। आओ दरगर दी मर्यादा अनुसार अगला समा है गुरमत लड़ीवार विचार दा। सेवा निभा रहे हैं सत्कार अते सन्मानयोग भाई साहब भाई गुरजीत सिंह जी पटियाले वाले। तिन्हां पासों कथा सरवण करो, गुरु घर दियां खुशियां प्राप्त करो जी। वाहिगुरु जी का खालसा, वाहिगुरु जी की फतेह। रब दा तूत
ਦਾਤਾਰ ਪਰਿਉ ਜਾਚਕ ਇਕ ਸ਼ਰਨਾ ਮਿਲੈ ਦਾਨ ਸੰਤਰੇਨ ਜਿਹ ਲਗ ਪਉ ਜਲ ਤਰਨਾ ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਪਾਵੈ ਦੇਹੋ ਦਰਸ ਮਨ ਚਾਓ ਭਗਤ ਇਹੋ ਮਨ ਠਹਿਰਾਵੈ ਬਲਿਓ ਚਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਪਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਜੀਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਹੀ ਤੇਹਾ ਹਉ ਕਰੀ ਵਖਿਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸਹੀ ਜੀਵਨ ਜਾਂਚ ਜੀਵਨ ਜਿਉਣ ਦਾ ਢੰਗ ਪ੍ਰਾਪਤ ਕਰਨ ਦੇ ਵਾਸਤੇ ਇਕੱਤਰ ਸਾਧ ਸੰਗਤ ਜੀਓ ਗੁਰਬਾਣੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਦਸਵੇਂ ਪਾਤਸ਼ਾਹ ਦੀ ਬਖਸ਼ਿਸ਼ ਗੁਰਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਵੇਂ ਪਾਤਸ਼ਾਹ ਦੁਆਰਾ ਸਾਰੰਗ ਰਾਗ ਦੇ ਅੰਦਰ ਉਚਾਰਨ ਪਾਵਨ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ। ਜਿਸ ਅਵਸਥਾ ਦਾ ਸਤਿਗੁਰ ਉਪਦੇਸ਼ ਦੇ ਵਿੱਚ ਜ਼ਿਕਰ ਕਰਦੇ ਨੇ ਉਹਦੀ ਵਿਚਾਰ ਆਪ ਜੀ ਦੇ ਅੱਗੇ ਰੱਖਣ ਦਾ ਯਤਨ ਕਰ ਰਹੇ ਹਾਂ। ਆਪਣੀ ਇਤਨੀ ਕਛੂ ਨਾ ਸਾਰੀ ਅਨਕ ਕਾਜ ਅਨਕ ਤਾਵਰਤਾ ਉਰਜਿਓ ਆਨ ਜੰਜਾਰੀ। ਬੜੀ ਦੌਲਤ ਹੈ ਮਨੁੱਖ ਦੇ ਕੋਲ ਪਰ ਸੰਭਾਲ ਹੀ ਨਹੀਂ ਕੀਤੀ। ਬਸ ਹੋਰ ਹੀ ਕੰਮ, ਹਰ ਵੇਲੇ ਦੀ ਭਟਕਣਾ, ਜੰਜਾਲ ਹੀ ਜੰਜਾਲ।
ਪਰਮਾਤਮਾ ਤੱਕ ਪਹੁੰਚ, ਆਨੰਦ ਦੇ ਵਿੱਚ ਲੀਨਤਾ ਆਪਣੀ ਮਤ ਤੇ ਗੁਰਮਤ ਦੋਨਾਂ ਦੇ ਕਰਕੇ ਹੁੰਦੀ ਹੈ। ਪ੍ਰਭੂ ਤੱਕ ਮੇਲ ਆਪਣੀ ਬੁੱਧ ਤੇ ਗੁਰੂ ਦੀ ਬੁੱਧ ਦੇ ਕਰਕੇ, ਆਪਣੀ ਬੁੱਧ ਮਨੁੱਖ ਦੀ ਅਕਲ, ਉਹਦਾ ਸਤਿਗੁਰਾਂ ਨੇ ਜ਼ਿਕਰ ਕੀਤਾ ਹੈ ਪਾਵਨ ਉਪਦੇਸ਼ ਦੇ ਵਿੱਚ। ਬੇਅੰਤ ਮਨੁੱਖ ਪਹੁੰਚੇ ਨੇ, ਉਹਨਾਂ ਦੇ ਚੱਲਣ ਦੇ ਰਸਤੇ ਵੱਖ-ਵੱਖ ਨੇ, ਦੋ ਹੀ ਰਸਤੇ ਨੇ ਅਕਲ ਦੇ ਕਰਕੇ। ਆਪਣੀ ਅਕਲ ਦੇ ਗੁਣ ਦੇ ਕਰਕੇ ਜਾਂ ਫਿਰ ਆਪਣੀ ਅਕਲ ਦੇ ਔਗਣ ਦੇ ਕਰਕੇ। ਮਨੁੱਖੀ ਬੁੱਧ ਦਾ ਗੁਣ ਵੀ ਹੈ, ਮਨੁੱਖੀ ਬੁੱਧ ਦਾ ਔਗਣ ਵੀ ਹੈ। ਅਕਲ ਦੇ ਲਾਭ ਵੀ ਨੇ, ਅਕਲ ਦੀਆਂ ਹਾਨੀਆਂ ਵੀ ਨੇ, ਆਪਣੀ ਅਕਲ ਦੀਆਂ। ਅਕਲ ਦਾ ਲਾਭ ਤੇ ਇਹ ਹੈ, ਅਗਰ ਮਨੁੱਖ ਵਰਤੋਂ ਕਰੇ ਅਕਲ ਦੀ, ਫਿਰ ਇਹਨੂੰ ਦਿਖਾਈ ਪੈ ਜਾਂਦਾ ਹੈ ਬੰਦਗੀ ਹੀ ਸਭ ਤੋਂ ਸਿਰਮੌਰ ਕਰਮ ਹੈ, ਭਗਤੀ ਹੀ ਸਭ ਤੋਂ ਸਿਰਮੌਰ ਕਰਮ ਹੈ ਮਨੁੱਖੀ ਜੀਵਨ ਦਾ। ਇਹੀ ਮਨੁੱਖ ਦਾ ਲਕਸ਼ ਹੈ। ਬਾਕੀ ਜਿੰਨੇ ਵੀ ਕਾਰਜ ਕਰ ਰਹੇ ਹੈ ਧਾਰਮਿਕ, ਇਹ ਤੇ ਜਾਨਵਰ ਵੀ ਕਰ ਲੈਂਦੇ ਨੇ, ਪ੍ਰਕਿਰਤੀ ਵੀ ਕਰ ਲੈਂਦੀ। ਅਗਰ ਨੰਗੇ ਰਹੀਏ, ਪੈਰਾਂ ਦੇ ਵਿੱਚ ਜੁੱਤੀ ਨਾ ਪਾਈਏ, ਤੇ ਸਾਰੇ ਜਾਨਵਰ ਹੀ ਪੈਰਾਂ ਦੇ ਵਿੱਚ ਜੁੱਤੀ ਤੋਂ ਬਿਨਾਂ ਨੇ। ਵਾਲਾਂ ਨੂੰ ਵਧਾਈਏ, ਇਹ ਤੇ ਬੋੜ ਦੀਆਂ ਜੱਟ ਸ਼ਾਖਾਵਾਂ ਵੀ ਵੱਧ ਜਾਂਦੀਆਂ ਨੇ, ਬੋੜ ਦੀਆਂ ਵੀ ਜਟਾਂ ਹੁੰਦੀਆਂ ਨੇ। ਇਹ ਕਰਮ ਤੇ ਉਹ ਵੀ ਕਰ ਲੈਂਦਾ। ਅਕਲ ਦੀ ਵਰਤੋਂ ਕਰੇ, ਗੁਣ ਅਕਲ ਦਾ ਇਹੀ ਹੈ, ਇਸ ਪਾਸੇ ਤੋਂ ਚੱਲੇ, ਪਤਾ ਚੱਲ ਜਾਏਗਾ ਬੰਦਗੀ ਹੀ ਸਿਰਮੌਰ ਕਰਮ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੈ ਕਰਮਾ। ਇਹ ਸਭ ਤੋਂ ਸਿਰਮੌਰ ਕਰਮ ਹੈ। ਬਾਕੀ ਜਿੰਨੇ ਵੀ ਕਰਮ ਨੇ, ਇਹ ਤੇ ਬਾਕੀ ਦੁਨੀਆਂ ਵੀ ਕਰ ਲੈਂਦੀਆਂ ਨੇ। ਅਗਰ ਅਕਲ ਦੇ ਔਗਣ ਤੋਂ ਚੱਲੇ, ਪਾਵਨ ਸ਼ਬਦ ਅਕਲ ਦੇ ਔਗਣ ਦਾ, ਅਕਲ ਦੇ ਨੁਕਸਾਨ ਵੀ ਨੇ, ਔਗਣ ਵੀ ਨੇ, ਦੋਸ਼ ਵੀ ਨੇ। ਸਭ ਤੋਂ ਪਹਿਲਾ ਦੋਸ਼ ਇਹੀ ਹੈ, ਜਿਵੇਂ ਆਪਣੀਆਂ ਅੱਖਾਂ ਦੇ ਨਾਲ ਬਾਕੀ ਸਾਰਾ ਜਹਾਨ ਤੇ ਦਿਖਾਈ ਪੈਂਦਾ ਹੈ, ਸਾਰੇ ਮਨੁੱਖ ਦਿਖਾਈ ਪੈਂਦੇ ਨੇ, ਬਨਸਪਤੀ ਪ੍ਰਕਿਰਤੀ ਦਿਖਾਈ ਪੈਂਦੀ ਹੈ, ਆਪਣਾ ਆਪ ਨਹੀਂ ਦਿਖਾਈ ਪੈਂਦਾ। ਮਨੁੱਖ ਆਪਣੀਆਂ ਅੱਖਾਂ ਦੇ ਨਾਲ ਸਾਰਿਆਂ ਦੇ ਚਿਹਰੇ ਤੇ ਦੇਖ ਲੈਂਦਾ ਹੈ, ਆਪਣਾ ਚਿਹਰਾ ਨਹੀਂ ਦਿਖਾਈ ਪੈਂਦਾ। ਆਪਣੀਆਂ ਅੱਖਾਂ ਦੇ ਨਾਲ ਆਪਣਾ ਚਿਹਰਾ ਕਿਵੇਂ ਦੇਖੇ? ਆਪਣੀ ਅਕਲ ਦਾ ਦੋਸ਼ ਵੀ ਇਹੀ ਹੈ, ਧਿਆਨ ਆਪਣੇ ਤੇ ਨਹੀਂ ਹੁੰਦਾ, ਧਿਆਨ ਹਮੇਸ਼ਾ ਦੂਸਰਿਆਂ ਦੇ ਉੱਪਰ ਹੁੰਦਾ ਹੈ। ਬਾਕੀ ਸਾਰਿਆਂ ਤੇ ਧਿਆਨ ਹੋਵੇਗਾ। ਮਨ ਰੇ ਕੌਣ ਕੋ ਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ। ਸਭ ਕੁਝ ਹੈ ਆਪਣੇ ਕੋਲ ਵੀ, ਪਤਨੀ ਆਪਣੇ ਕੋਲ ਵੀ ਹੈ, ਦੌਲਤ ਆਪਣੇ ਕੋਲ ਵੀ ਹੈ, ਕਾਰੋਬਾਰ ਆਪਣੇ ਕੋਲ ਵੀ ਹੈ,
पर की करे? ध्यान दूसरियां दियां पत्नियां दे वल, दूसरियां दे कारोबार ते लगे। कहावतां ने कि दूजे दी थाली दे विच लड्डू वड्डा दिखाई पैंदा। वड्डा इसे करके दिखाई पैंदा अपनी थाली ते दिखदी नहीं है। जे अपनी थाली दिखदी होवे फिर ते पता चल जाए कि आप ओडा ही है। अपनी थाली नहीं दिखाई पैंदी। ध्यान हमेशा दूसरियां दे उपर, हर वक्त दूसरियां नूं देखना है। पर अपने ते ध्यान नहीं है। पर ते अपने आप की पछाण भी नहीं है। दूसरियां दी बड़ी पछाण है, बड़ी जानकारी है दूजियां दे बारे। देखना है दूजियां नूं और देखना है दूजियां दे औगणां नूं। ਇਹ नहीं कि दूजियां दे विच गुण नहीं ने, पर हुण अपनी अकल का दोष यही है। अपने आप नूं ते देखना ही नहीं है। देखना है दूसरियां नूं, देखना है दूजियां दे औगणां नूं। चाहे उन्हां दे विच गुण भी होण, फिर भी लभना औगण किथे है, नुक्स किथे है। एक कद नुक्स ते होवेगा ही होवेगा अगले दे विच। ध्यान उत्थे टिक जांदा है। जीवन दे विच दुख दा कारण यह भी है, इन्ना दुख नहीं है जिन्ना मनुख ने बना रखे। अकल बना के धर दिंदी है मनुख नूं। भाई साहब भाई गुरदास जी वो भी फिर अकल दे बारे प्रमाण दिंदे ने। अकल दे करके मनुख किथे खड़ा हुंदा है, अकल दे औगण दे करके। जैसे नैन बैन पंख सुंदर सरबंग मोर, ताके पग और देख दुख दोख ना विचारी है। भाई साहब आखदे ने मोर दे अखां, ओदी आवाज, ओदा नाच, ओदे खंभ सारे ही बड़े खूबसूरत ने। अंग अंग मोर दा बड़ा खूबसूरत है सिवाय पैरां दे। अपनी अकल, मनुखां दे विच भी गुण ने, दूसरियां दे विच, पर औगण भी हैगे ने। जिवें मनुख ओदे अखां नूं भी ना देखे, खंभ भी ना देखे, आवाज भी ना सुने, नाच भी ना देखे, पैरां ते ध्यान टिका लवे। पैर ते एक रूप ने। अगर तू ओदे बाकी अंगां नूं देखें, आनंद मिलेगा, खुशियां मिलणगियां, खेड़ा बनेगा। पर तू ओदे पैरां नूं ही देखण लग जावें, फिर ते दुखी होवेगा ही मन। पैर ते एक रूप ने। ताके पग और देख दुख, जिस ते तेरा ध्यान है तेरे अंदर आवेगा, दुखी ते होवेगा ही होवेगा। विचार भी तू यही करेगा, बड़े करूप पैर ने, दोख ना विचारी है। अपनी अकल दे नाल ध्यान पैरां ते टिक जांदा है मोर दे। फिर भाई साहब अगली उदाहरण बयान करते हैं। सुंदल सुगंध अत कोमल कमल जैसे, बड़ियां पंखुड़ियां खूबसूरत ने फुल्लां दियां। सुगंधी है, रूप है, बड़ी कोमलता है उन्हां दे विच, नाल कंडे भी ने। तू कंडियां नूं देखण लग जावें। जिस जगह ते तेरा ध्यान है वो तेरे अंदर आवेगी आवेगी। कंटक बिलोक ना औगण और धारी है। तू देख ही फुल दियां, तू सुगंध नूं छड्ड के
ਉਹਦੇ ਸੁਹੱਪਣ ਨੂੰ ਛੱਡ ਕੇ ਤੂੰ ਕੰਡਿਆਂ ਨੂੰ ਦੇਖੇ ਹੈ। ਕੰਡਿਆਂ ਦੇ ਬਾਰੇ ਵਿਚਾਰ ਤੇਰੇ ਅੰਦਰ ਇਕੱਠੇ ਹੋਣਗੇ। ਫਿਰ ਭਾਈ ਸਾਹਿਬ ਤੀਸਰੀ ਉਦਾਹਰਨ ਬਿਆਨ ਕਰਦੇ ਨੇ, जैसे पीतंबर फल मिष्ट गुणन स्वाद, फलां दा राजा अंब बड़ा स्वादिष्ट, बड़े उहदे गुण, पर तू उहनूं फिर उहदे विच बीज भी है, गुठली भी है, कोई गुणवान दिखाई भी पै गया है, फिर मनुख उहदे पिछे दी खोज करदा है। अंब नूं सारा खोजण लगे, थल्ले ते गुठली निकलेगी। सामने वाला कितना भी महान दिखाई क्यों ना पै जाए, कहंदा पहलां दे समय दे विच ते इह हुंदा सी। मैं जानदा पिछोकड़ नूं, इहदे नूं सारा पता कर लिया सी। ते अंब भी किसी टाइम ते गुठली दे दरखत दे विचों पैदा होया, विच भी उहदे गुठली है, बस तू गुठली चेते करी रखे। बीज करवाई कै बुराई ना समारी है, तैसे गुर ज्ञान दान सब हूं सै मांग लीजे, बंद ना सकल पूत निंदा ना तकारी है। ਇਹ ਜਿਹੜੇ ਤੂੰ ਮੋਰ ਦੇ ਪੈਰਾਂ ਨੂੰ ਛੱਡ, ਤੂੰ ਫੁੱਲਾਂ ਦੇ ਨਾਲ ਕੰਡਿਆਂ ਨੂੰ ਛੱਡ, ਤੂੰ ਬੀਜ ਦੀ ਗੁਠਲੀ ਨੂੰ ਛੱਡ, ਬਾਕੀ ਸਾਰਾ ਗਿਆਨ ਲੈ ਲੈ। ਪਰ ਕੀ ਕਰੀਏ, ਆਪਣੀ ਮਤ ਦੇ ਨਾਲ ਧਿਆਨ ਦੂਜੇ ਦੇ ਔਗਣਾਂ ਤੇ ਹੀ ਜਾਂਦਾ ਹੈ। ਨਮਸਕਾਰ ਤੇ ਹੁੰਦੀ ਨਹੀਂ ਅਗਲੇ ਨੂੰ, ਤੇਰੇ ਵਿੱਚ ਇਤਨੇ ਗੁਣ ਨੇ, ਬਸ ਇੱਕ ਅੱਧ ਜਿਹੜਾ ਔਗਣ ਹੈ ਉਹ ਉਹਦਾ ਪਕੜ ਕੇ ਬੈਠ ਜਾਂਦੀ ਹੈ ਅਕਲ। ਨਿੰਦਿਆ ਹੀ ਨਿੰਦਿਆ ਚੱਲਦੀ ਹੈ। ਨਿੰਦਿਆ ਰਸ ਰਚਿਓ, ਰਸ ਬਣ ਜਾਂਦਾ ਹੈ ਆਪਣੀ ਅਕਲ ਦੇ ਨਾਲ ਨਿੰਦਿਆ ਦਾ। ਔਰ ਇਹ ਸੁਭਾਅ ਇਹ ਮਿਟਦਾ ਹੀ ਨਹੀਂ ਹੈ, ਉੱਕਾ ਹੀ ਨਹੀਂ ਮਿਟਦਾ। ਇੱਕ ਪੌੜੀ ਜਿਹੜੀ ਬੜੀ ਗਲਤ ਪ੍ਰਚਾਰੀ ਗਈ ਸਿੱਖ ਜਗਤ ਦੇ ਵਿੱਚ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ, ਉਹਨਾਂ ਦੇ ਵਾਰਾਂ ਦੀ ਪੜ੍ਹਨ ਦੀ ਸ਼ੈਲੀ ਹੈ। ਪਹਿਲੀਆਂ ਪੰਕਤੀਆਂ ਦੇ ਵਿੱਚ ਪ੍ਰਮਾਣ ਨੇ, ਅਖੀਰਲੀ ਪੰਕਤੀ ਦੇ ਵਿੱਚ ਗੁਰਮਤ ਦਾ ਉਪਦੇਸ਼ ਹੈ। ਕੁੱਤਾ ਰਾਜ ਬਹਾਲੀ ਹੈ, ਫਿਰ ਚੱਕੀ ਚੱਟੈ। ਪ੍ਰਮਾਣ ਨੂੰ ਪਕੜ ਕੇ ਬੜੇ ਮਨੁੱਖ ਗਾਇਨ ਕਰਨ ਲੱਗ ਪੈਂਦੇ ਨੇ, ਪ੍ਰਚਾਰਕ ਪ੍ਰਚਾਰ ਕਰਨ ਲੱਗ ਪੈਂਦੇ ਨੇ, ਤੇ ਰਾਜਨੀਤੀ ਦਾ ਇਹ ਪੌੜੀ ਇਹ ਰਾਜਨੀਤੀ ਦੀ ਨਹੀਂ ਹੈ, ਤੇ ਆਪਣੀ ਅਕਲ ਦੀ ਹੈ। ਚਾਹੇ ਰਾਜ ਤੇ ਵੀ ਬਿਠਾ ਦਈਏ ਕੁੱਤੇ ਨੂੰ, ਫਿਰ ਵੀ ਚੱਕੀ ਚੱਟਣ ਦਾ ਸੁਭਾਅ ਨਹੀਂ ਛੱਡਦਾ। ਸੱਪੈ ਦੁੱਧ ਪਿਆਈ ਹੈ, ਸੱਪ ਨੂੰ ਦੁੱਧ ਵੀ ਪਿਆਈਏ, ਉਹ ਜ਼ਹਿਰ ਸੁੱਟਣਾ ਨਹੀਂ ਛੱਡਦਾ। ਪੱਥਰ ਨੂੰ ਜਿੰਨਾ ਮਰਜ਼ੀ ਪਾਣੀ ਦੇ ਵਿੱਚ ਰੱਖੀਏ, ਉਹਦੀ ਕਠੋਰਤਾ ਮਿਟਦੀ ਨਹੀਂ ਹੈ। ਖੋਤੇ ਤੇ ਜਿੰਨਾ ਮਰਜ਼ੀ ਚੰਦਣ ਲਾਈਏ, ਉਹ ਰੇਤੇ ਦੇ ਵਿੱਚ ਲੇਟਣੋਂ ਹਟਦਾ ਹੀ ਨਹੀਂ ਹੈ। ਚਾਰ ਤੇ ਪ੍ਰਮਾਣ ਨੇ। ਫਿਰ ਭਾਈ ਸਾਹਿਬ ਉਚਾਰਨ ਕਰਦੇ ਨੇ, ਤਿਉ ਨਿੰਦਕ ਪਰ ਨਿੰਦਕੋਂ ਹਠ ਮੂਲ ਨਾ ਹਟੈ। ਭਾਈ ਸਾਹਿਬ ਆਖਦੇ ਨੇ ਜਿਵੇਂ ਇਹ ਚਾਰੇ ਆਪਣਾ ਸੁਭਾਅ ਨਹੀਂ ਛੱਡਦੇ, ਮਨੁੱਖ ਵੀ ਪਰਾਈ ਨਿੰਦਿਆ ਦੇ ਵੱਲੋਂ ਨਹੀਂ ਹਟਦਾ। ਤਿਉ ਨਿੰਦਕ ਪਰ ਨਿੰਦਕੋਂ ਹੱਠ ਮੂਲ ਨਾ ਹਟੈ। ਕਿੰਨਾ ਵੀ ਜ਼ੋਰ ਲਾ ਲਓ ਵੀ ਨਾ ਨਿੰਦਿਆ ਕਰਿਆ ਕਰ। ਹੁਣ ਅਕਲ ਹੀ ਆਪਦੀ ਹੈ, ਅਕਲ ਨੂੰ ਦੇਖਿਆ ਹੀ ਨਹੀਂ ਹੈ, ਔਗਣ ਨੂੰ ਅਕਲ ਦੇ ਔਗਣ ਨੂੰ ਦੇਖਿਆ ਹੀ ਨਹੀਂ ਹੈ। ਆਪਣ ਹੱਥੀਂ ਆਪਣੀ ਜੜ ਆਪ ਉਪਟੈ। ਪਟ ਰਿਹਾ ਹੁੰਦਾ ਹੈ ਮਨੁੱਖ, ਇਹ ਅਕਲ ਦਾ ਦੋਸ਼ ਹੈ। ਧਿਆਨ ਦੂਸਰੇ ਦੇ ਉੱਪਰ,
ਧਿਆਨ ਦੂਸਰਿਆਂ ਦੇ ਔਗਣਾਂ ਦੇ ਉੱਪਰ। ਜਦ ਵੀ ਦੇਖਣਾ ਹੈ ਕਰੂਪਤਾ ਨੂੰ ਹੀ ਦੇਖਣਾ ਹੈ, ਕਿੰਨੇ ਵੀ ਸਾਹਮਣੇ ਵਾਲੇ ਦੇ ਵਿੱਚ ਗੁਣ ਨੇ, ਔਗਣ ਕੀ ਹੈ ਬਸ ਇਹ ਲੱਭਣਾ ਹੈ ਉਹਦੇ ਵਿੱਚ। ਲੋਕ ਅਵਗਣਾ ਕੀ ਬੰਨੈ ਗੰਠੜੀ, ਗੁਣ ਨਾ ਵਿਹਾਜੈ ਕੋਈ। ਆਪਣੀ ਅਕਲ ਦੇ ਕਰਕੇ ਸਿਰ ਦੇ ਉੱਪਰ ਔਗਣਾਂ ਦੀ ਪੰਡ ਇਕੱਠੀ ਹੋ ਜਾਂਦੀ ਹੈ, ਗੁਣ ਪੱਲੇ ਦੇ ਵਿੱਚ ਨਹੀਂ ਪੈਂਦਾ। ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ। ਵਿਰਲਾ ਮਨੁੱਖ ਕੋਈ ਅਕਲ ਦੇ ਦੋਸ਼ ਨੂੰ ਸਮਝਦਾ ਫਿਰ ਛੱਡਦਾ ਅਕਲ ਨੂੰ, ਲੈਂਦਾ ਗੁਰੂ ਦੀ ਮੱਤ। ਆਪਣੀ ਅਕਲ ਦੇ ਨਾਲ ਬਾਕੀ ਸਾਰਿਆਂ ਦੀ ਪਛਾਣ ਹੋ ਜਾਂਦੀ ਹੈ, ਆਪਣੇ ਬਾਰੇ ਪਤਾ ਨਹੀਂ ਚੱਲਦਾ, ਧਿਆਨ ਆਪਣੇ ਤੇ ਆਉਂਦਾ ਹੀ ਨਹੀਂ ਹੈ। ਦੂਜਿਆਂ ਨੂੰ ਬੋਲ ਬੋਲ ਕੇ ਮਨੁੱਖ ਦੁਖੀ ਕਰ ਰਿਹਾ ਹੁੰਦਾ, ਆਪਣਾ ਆਪ ਨਾ ਪਛਾਣੈ ਮੂੜਾ, ਅਵਰਾ ਆਖ ਦੁਖਾਏ। ਮੁੰਡੇ ਦੀ ਖਸਲਤ ਨਾ ਗਈ ਆ, ਅੰਧੇ ਵਿਛੜ ਚੋਟਾਂ ਕਾਏ। ਗੁਰਮੁਖੀ ਹੈ, ਪੰਜਾਬੀ ਹੈ, ਪੰਜਾਬੀ ਦੀਆਂ ਫਿਰ ਉਪਭਾਸ਼ਾਵਾਂ ਨੇ। ਇਹ ਮੁਲਤਾਨੀ ਹੈ, ਇਹ ਲਹਿੰਦੀ ਹੈ। ਮੁੰਡਾ ਸ਼ਬਦ ਪੋਠੋਹਾਰੀ ਦਾ, ਦਰਿਆ ਜ਼ੇਲਮ ਤੇ ਸਿੰਧ ਦੇ ਵਿਚਕਾਰ ਦਾ ਇਲਾਕਾ, ਜਿੱਥੇ ਦੀ ਜ਼ਮੀਨ ਜਿਵੇਂ ਉੱਠ ਦੀ ਪਿੱਠ ਹੁੰਦੀ ਹੈ ਇਸ ਤਰ੍ਹਾਂ ਦੀ ਹੈ, ਉੱਚੀ ਨੀਵੀਂ। ਇਸ ਕਰਕੇ ਨਾਮ ਪਿਆ ਪੋਠੋਹਾਰ। ਇਹ ਤੇ ਉੱਠ ਦੇ ਪਿੱਠ ਦੀ ਜੈਸੀ ਜ਼ਮੀਨ ਹੈ। ਉਹਦੇ ਵਿੱਚ ਮੁੰਡਾ ਜਿਹਨੂੰ ਨਿਹੰਗ ਸਿੰਘ ਸੁਚਾਲਾ ਆਖਦੇ ਨੇ, ਆਮ ਮਨੁੱਖ ਲੰਗੜਾ ਆਖਦੇ ਨੇ, ਉਹਨੂੰ ਆਖਦੇ ਨੇ ਮੁੰਡਾ। ਜਿਵੇਂ ਲੰਗੜੇ ਦਾ ਲੰਗ ਸੁਚਾਲੇ ਦਾ ਲੰਗ ਮਾਰਨਾ ਨਹੀਂ ਜਾਂਦਾ, ਇਹਦੀ ਵੀ ਦੂਜਿਆਂ ਦੀ ਨਿੰਦਿਆ ਕਰਨ ਦੀ ਆਦਤ ਜਾਂਦੀ ਨਹੀਂ ਹੈ। ਮੁੰਡੇ ਦੀ ਖਸਲਤ ਨਾ ਗਈ ਹੈ, ਅੰਧੇ ਵਿਛੜ ਚੋਟਾਂ ਕਾਏ। ਇਹਦੀ ਆਦਤ ਜਾਂਦੀ ਨਹੀਂ ਹੈ, ਉੱਕਾ ਹੀ ਨਹੀਂ ਜਾਂਦੀ। ਪਹਿਲੀ ਕਰੂਪ ਜਦ ਵੀ ਦੇ ਅਕਲ ਦਾ ਔਗਣ ਇਹੀ ਹੈ, ਦੇਖਣਾ ਦੂਸਰਿਆਂ ਨੂੰ, ਦੇਖਣਾ ਦੂਜਿਆਂ ਦੇ ਵਿੱਚ ਨੁਕਸ ਕੀ ਹੈ, ਘਾਟ ਕਿੱਥੇ ਹੈ, ਬਸ ਇਹੀ ਦੇਖਣਾ। ਵਿਚਾਰਾਂ ਇਹੀ ਚਲਦੀਆਂ ਨੇ। ਫਿਰ ਕਹਿੰਦਾ ਮਨੁੱਖ ਮੈਂ ਦੁਖੀ ਹਾਂ। ਸਾਰਿਆਂ ਦੇ ਅੰਦਰ ਤੂੰ ਔਗਣ ਦੇਖ ਦੇਖ ਕੇ ਆਪਣੇ ਅੰਦਰ ਇਕੱਠੇ ਕਰ ਲਏ ਨੇ। ਪਰੇਸ਼ਾਨ ਤੇ ਤੂੰ ਹੋਵੇਂਗਾ ਹੀ ਹੋਵੇਂਗਾ, ਦੁਖੀ ਤੇ ਤੂੰ ਹੋਵੇਂਗਾ ਹੀ ਹੋਵੇਂਗਾ। ਪਹਿਲੀ ਕਰੂਪ ਕੁਜਾਤ, ਕਰੂਪਤਾ ਨੂੰ ਦੇਖਦੀ ਹੈ, ਦੂਸਰਿਆਂ ਨੂੰ ਦੇਖਦੀ ਹੈ, ਕਰੂਪਤਾ ਨੂੰ। ਫਿਰ ਅਕਲ ਦਾ ਦੋਸ਼ ਇਹ ਹੈ, ਇਹ ਕੁਜਾਤ ਵੀ ਹੈ। ਕੁਜਾਤ ਕਿਸ ਤਰ੍ਹਾਂ ਦੇ ਨਾਲ ਸਮਝੀਏ? 84 ਲੱਖ ਜੂਨਾਂ ਦਾ ਜ਼ਿਕਰ ਹੈ। ਸਾਰਿਆਂ ਜੂਨਾਂ ਦੇ ਵਿੱਚੋਂ ਮੰਦੀ ਜੂਨ ਸੱਪ ਨੂੰ ਮੰਨਦੇ ਨੇ। ਸਭ ਤੋਂ ਮੰਦੀ ਸੱਪ ਜੂਨ। ਸੱਪਾਂ ਦੇ ਵਿੱਚ, ਸੱਪਾਂ ਦੀਆਂ ਵੀ ਅਨੇਕਾਂ ਕਿਸਮਾਂ ਨੇ। ਸੱਪਾਂ ਦੇ ਵਿੱਚ ਇੱਕ ਹੈ ਦਮੂਹਾ ਸੱਪ। ਸੱਪਾਂ ਵਿੱਚ ਕੁਜਾਤ ਕੁਪਾਈ। ਇਹ ਬਾਕੀ ਸੱਪਾਂ ਦੇ ਨਾਲੋਂ ਵੱਖਰਾ ਹੁੰਦਾ ਹੈ। ਬਾਕੀ ਦੇ ਲੜ ਜਾਣ ਮੌਤ ਹੋ ਜਾਂਦੀ ਹੈ ਮਨੁੱਖ ਦੀ। ਇਹ ਲੜ ਜਾਏ, ਦਮੂਹੀ ਜੀ ਦੇ ਦੋਨੋਂ ਪਾਸੇ ਮੂੰਹ ਨੇ, ਮਰਦਾ ਨਹੀਂ ਹੈ ਮਨੁੱਖ, ਕੋੜ ਹੋ ਜਾਂਦਾ ਹੈ ਉਸ ਨੂੰ। ਮਨੁੱਖੀ ਅਕਲ ਦਾ ਦੋਸ਼ ਧਿਆਨ ਦੂਸਰਿਆਂ ਦੇ ਉੱਪਰ, ਧਿਆਨ ਦੂਜਿਆਂ ਦੇ ਔਗਣਾਂ ਦੇ ਉੱਪਰ, ਔਰ ਚੱਲਣਾ ਦੋਨੋਂ ਪਾਸੇ। ਜਿਵੇਂ ਦੋ ਮੂੰਹ ਹੁੰਦੇ ਨੇ,
सच भी बोलना है, झूठ भी बोलना है। ये नहीं कि मनुख सच नहीं बोलता, सच भी बोलता है, फिर ਉਹੀ मनुख झूठ भी बोलता है। संसारिक गीत संगीत भी सुनने ने, गुरबाणी भी सुननी है, दोनों पासे चलना है। धार्मिक अस्थानां ते भी जाना है, मंदिर मस्जिद गुरुद्वारियां की तरफ भी जाना है, मैखानियां की तरफ भी जाना है। अपने समय का बड़ा गहरा शायर विद्वान अलामा इकबाल, अलामा कहते ने आलमां दा भी आलम, सियाणियां दा भी सियाणा, विद्वानां दा भी विद्वान। ये कहता है, मैं देखिया मुसलमान सी, फिर अपने धर्म नूं अगे रख के गल करदा है। कहता है मैं देखिया मनुखां नूं मस्जिद की तरफ जाते ने मस्जिद की तरफ, पढ़ते ने नमाज, चंदा भी दिंदे ने उत्थे जाके, जिवें साडे मत्था टेकते ने दसवंध दिंदे ने, वो चंदा दिंदे ने। कहता है फिर मैं देखिया उही मनुख जेड़े मस्जिद की तरफ जा रहे होंदे ने, कहता मैं खाने शराब खानियां की तरफ जान लग पैंदे ने। शाम के समय उधर नूं मैं जांदे देखदा उन्हां। चंदा देते हैं मस्जिद में, पीते हैं मैखाने में, ताकि खुदा भी राजी रहे, शैतान भी नाराज ना हो। खुदा नाल भी बने, उन्हां दे विच शैतान दा जिक्र है, उन्होंने भी राजी रखना है, नाराज आपां शैतान नूं भी नहीं करना। दोनों पासे चलीए। अपनी अकल दे नाल मनुख दोनों पासे चलता है, बस डगमग करती रहती है अकल। डगमग छाड़ रे मन बौरा, अब तो जरे मरे सिद्ध पाई है जो लीनो हाथ सदौरा। कि कदी तू एक कदम इधर नूं जाना है, एक कदम इधर नूं जाना है। पेंडुलम की तरह, जिवें पेंडुलम पुराणियां घड़ियां पेंडुलम नाल चलदियां सी, हुण भी कदी कई अजायब म्यूजियमां दे विच पईयां ने। अपनी अकल दे नाल मनुख की जिंदगी भी पेंडुलम दे तरह ही हुंदी है, कदी इधरले वाले पासे कदी उधरले वाले पासे, दोनों पासे चलना, दोनों पासे ध्यान बनाई रखना। पहली करूप कुजात को लखणी, सहुरै पई है बुरी। अपनी अकल दे नाल कुलखण बंदे नूं कहना पैंदा तू बंदा बन जा। बंदे दे विचों बंदे दे दर्शन नहीं हुंदे, बंदे नूं छड्ड के बाकी सारे कासियां दे दर्शन हो जाते। धार्मिक पुरुष ते कहंदे ने सप कां खोता गधा इहदे दर्शन हुंदे ने, ते मनुख दे उपर धब्बा है ते कुलखण है। यह अपनी अकल दा दोष है। ध्यान दूजियां दे उपर, ध्यान दूजियां दे औगणां दे उपर। सिमरत वेद पुराण पुकारन पोथियां, बस ये कोले निंदिया ही होवेगी। अपनी मत दे ग्रंथ भी पढ़े, गुरप्रताप सूरज ग्रंथ चूड़ामण कवि भाई संतोख सिंह जी ने लिखे है। फिर प्रचार करन लग पैंदा है मनुख, इहदे विच ते आ लिखे है, ये आकेप है। जेड़े भी आकेप ने सारे भाई वीर सिंह ने लिख के रख दिते।
ਮਨੁੱਖ ਸੁਣ ਕੇ ਉਹਨਾਂ ਦੀ ਚਰਚਾ ਸ਼ੁਰੂ ਕਰ ਦਿੰਦੇ ਨੇ। ਸਾਰੇ ਭਾਈ ਵੀਰ ਸਿੰਘ ਨੇ ਲਿਖੇ ਨੇ ਉਹਦੇ ਵਿੱਚ ਵੀ ਆਕੇਪ ਹੈ ਜੋ ਭਾਸ਼ਾ ਵਿਭਾਗ ਨੇ ਛਪਾਇਆ ਹੈ। ਤੂੰ ਬਾਕੀ ਗੁਣਾਂ ਨੂੰ ਦੇਖ, ਉਹਦੀ ਕਥਾ ਵੀ ਨਹੀਂ ਕਰਦਾ ਕੋਈ, ਪਰ ਪ੍ਰਚਾਰਨ ਕਰਨ ਲੱਗ ਪੈਂਦਾ ਹੈ। ਸੰਪਰਦਾਵਾਂ ਕਰਦੀਆਂ ਨੇ, ਕਿਹੜੀ ਸੰਪਰਦਾ ਨੇ ਕਦੀ ਕਥਾ ਕੀਤੀ ਹੈ ਉਹਦੀ? ਆਪਣੀ ਮਤ ਦੇ ਗ੍ਰੰਥ ਵੀ ਦੇਖੇਗਾ, ਉਹਦੇ ਵਿੱਚ ਵੀ ਜਿਹੜੇ ਆਕੇਪ ਨੇ ਉਹਨਾਂ ਨੂੰ ਦੇਖੇਗਾ। ਅਗਰ ਆਪਣੀ ਮਤ ਛੱਡ ਕੇ ਗੁਰੂ ਦੀ ਮਤ ਲਈ ਹੋਵੇ, ਇਹ ਮਨੁੱਖ ਅਣਮਤ ਦੇ ਗ੍ਰੰਥ ਵੀ ਦੇਖੇਗਾ। ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, 27 ਸਿਮਰਤੀਆਂ, 4 ਵੇਦ, 18 ਪੁਰਾਣਾ, ਹੋਰ ਵੀ ਜਿੰਨੇ ਮਤਾਂ ਦੇ ਗ੍ਰੰਥ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ, ਉਹਨਾਂ ਦੇ ਵਿੱਚ ਵੀ ਨਾਮ ਦੀ ਚਰਚਾ ਹੈ। ਇਹ ਠੀਕ ਹੈ, ਉਹਨਾਂ ਮਨੁੱਖਾਂ ਨੇ ਖੁਦ ਸੰਪਾਦਨਾ ਨਹੀਂ ਕੀਤੀ, ਮਿਲਾਵਟ ਵੀ ਹੈ ਉਹਨਾਂ ਦੇ ਵਿੱਚ, ਪਰ ਇਹ ਨਹੀਂ ਕਿ ਉਹਨਾਂ ਦੇ ਵਿੱਚ ਕੋਈ ਚੰਗੀ ਗੱਲ ਨਾ ਹੋਵੇ। ਤੂੰ ਦੇਖਦਾ ਉਹਨਾਂ ਦੇ ਵਿੱਚ ਔਗਣਾਂ ਨੂੰ ਹੀ ਦੇਖਦਾ, ਬੰਦਿਆਂ ਦੇ ਵਿੱਚ ਦੇਖਦਾ ਔਗਣ ਹੀ ਦੇਖਦਾ। ਗ੍ਰੰਥਾਂ ਦੇ ਵਿੱਚ ਵੀ ਤੇਰੇ ਕੋਲ ਔਗਣਾਂ ਤੋਂ ਬਿਨਾਂ ਕੱਖ ਨਹੀਂ ਹੈ। ਨਾਮ ਬਿਨਾ ਸਭ ਕੂੜ, ਉਹ ਤੇ ਪੁਕਾਰ ਰਹੀਆਂ ਨੇ ਪਰਮਾਤਮਾ ਦੀ ਭਗਤੀ ਦਾ ਜ਼ਿਕਰ, ਤੈਨੂੰ ਉਹ ਸੁਣਾਈ ਨਹੀਂ ਪੈਂਦਾ। ਬਾਕੀ ਤੈਨੂੰ ਉਸ ਗ੍ਰੰਥਾਂ ਦੇ ਵਿੱਚੋਂ ਬਹੁਤ ਕੁਝ ਸੁਣਾਈ ਪੈ ਜਾਂਦਾ। ਸਿੱਖ ਰਹਿਤ ਮਰਿਆਦਾ ਜੋ 6 ਸਾਲ ਦੇ ਸਮੇਂ ਦੇ ਨਾਲ ਅਕਾਲ ਤਖਤ ਸਾਹਿਬ ਦੇ ਉੱਪਰ ਅਨੁਭਵੀ ਪੁਰਸ਼ਾਂ ਨੇ ਬੜੀ ਲੰਬੀ ਚੌੜੀ ਵਿਚਾਰ ਤੋਂ ਬਾਅਦ ਇਕੱਤਰ ਕੀਤੀ, ਬਣਾਈ। ਗੁਰੂ ਦੀ ਮੱਤ ਵਾਲੇ ਪੁਰਸ਼ ਸਨ ਉਹ। ਉਹਦੇ ਵਿੱਚ ਬਕਾਇਦਾ ਲਿਖਿਆ ਹੈ, ਗੁਰੂ ਘਰ ਦੇ ਵਿੱਚ ਗੁਰਬਾਣੀ ਦੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ, ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਦੀ ਕਥਾ ਹੋ ਸਕਦੀ ਹੈ। ਅਣਮਤ ਦੇ ਗ੍ਰੰਥ ਦੀ ਕਥਾ ਤੇ ਨਹੀਂ ਹੋਵੇਗੀ, ਪਰ ਅਣਮਤ ਦੇ ਵਿੱਚੋਂ ਪ੍ਰਮਾਣ ਲਿਆ ਜਾ ਸਕਦਾ ਹੈ। ਕਥਾਕਾਰ ਅਣਮਤ ਦੇ ਗ੍ਰੰਥਾਂ ਦੇ ਵਿੱਚੋਂ ਪ੍ਰਮਾਣ ਲੈ ਕੇ ਦੇ ਸਕਦਾ ਹੈ, ਇਹ ਉਹਦੇ ਵਿੱਚ ਬਕਾਇਦਾ ਲਿਖੇ। ਪਰ ਇਹ ਜਿਹਨੇ ਆਪਣੀ ਮਤ ਦਾ ਦੋਸ਼ ਦੇਖਿਆ ਹੋਵੇਗਾ ਵੀ ਮੇਰੀ ਮਨੁੱਖੀ ਅਕਲ ਦਾ ਦੋਸ਼ ਇਹੀ ਹੈ, ਜਿਹੜੇ ਦੇਖ ਲੈਂਦੇ ਨੇ ਉਹ ਅਕਲ ਨੂੰ ਛੱਡਦੇ ਨੇ। ਉਂਝ ਮਨੁੱਖ ਗੁਰਮਤ ਨਹੀਂ ਲੈਂਦਾ, ਔਰ ਗੁਰੂ ਦੇ ਰਾਹੀਂ ਹੀ ਪਤਾ ਚੱਲਦਾ ਹੈ ਅਕਲ ਦੇ ਔਗਣ ਕੀ ਨੇ, ਅਕਲ ਦੇ ਦੋਸ਼ ਕੀ ਨੇ। ਪ੍ਰਥਮ ਦੋਸ਼ ਇਹੀ ਹੈ, ਧਿਆਨ ਆਪਣੇ ਤੇ ਨਹੀਂ ਆਉਂਦਾ, ਧਿਆਨ ਦੂਸਰਿਆਂ ਦੇ ਉੱਪਰ। ਪ੍ਰੋਫੈਸਰ ਮੋਹਨ ਸਿੰਘ ਪੰਜਾਬੀ ਦੇ ਬੜੇ ਉੱਘੇ ਕਵੀ, ਅਨੁਭਵੀ, ਕਵਿਤਾਵਾਂ ਨੇ ਉਹਨਾਂ ਦੀਆਂ, ਗੁਰਬਾਣੀ ਦਾ ਉਹਨਾਂ ਨੇ ਉਹਦੇ ਵਿੱਚ ਜ਼ਿਕਰ ਕੀਤਾ, ਗੁਰਬਾਣੀ ਤੋਂ ਪ੍ਰੇਰਿਤ ਨੇ। ਕੇਸਾਧਾਰੀ ਆਏ ਨੈਣਾ ਦੇ ਵਣਜਾਰੇ, ਉਹ ਗੁਰੂ ਨੂੰ ਤਸ਼ਬੀਹ ਦਿੰਦੇ ਨੇ ਵਣਜਾਰੇ ਦੇ ਨਾਲ। ਆਏ ਤੇ ਹੈਗੇ ਨੇ ਗੁਰੂ, ਵਣਜਾਰੇ ਨੇ ਕਾਹਦੇ? ਨੈਣਾ ਦੇ, ਅੱਖਾਂ ਦੇ। ਉਹ ਅੱਖਾਂ ਜਿਹੜੀਆਂ ਜਿਹਦੇ ਨਾਲ ਤੂੰ ਖੁਦ ਨੂੰ ਦੇਖ ਸਕਦਾ ਹੈ, ਇਹਨਾਂ ਅੱਖਾਂ ਦੇ ਨਾਲ ਤੂੰ ਦੂਸਰਿਆਂ ਨੂੰ ਹੀ ਦੇਖੇਂਗਾ, ਦੂਸਰਿਆਂ ਦੇ ਔਗਣ ਦੇਖੇਂਗਾ। ਇੱਕ ਹੱਥ ਦੇਂਦੇ, ਇੱਕ ਹੱਥ ਲੈਂਦੇ, ਡਾਢੇ ਬੇਅਤਬਾਰੇ। ਇੱਕ ਹੱਥ ਦਿੰਦੇ ਨੇ ਪਰ ਤੇਰੇ ਨੈਣ ਲੈ ਕੇ ਦਿੰਦੇ ਨੇ। ਗੁਰੂ ਦੀ ਮੱਤ ਲੈਣੀ ਹੈ, ਆਪਣੀ ਮੱਤ ਗੁਰੂ ਨੂੰ ਦਿੱਤੇ ਤੋਂ ਬਿਨਾ ਨਹੀਂ ਲੈ ਸਕੇਗਾ।
ਔਰ ਦੇਵੇਂਗਾ ਤਾਂ ਜੇ ਤੈਨੂੰ ਪਤਾ ਚੱਲ ਜਾਏ ਵੀ ਇਹਦੇ ਨਾਲ ਆਪਣਾ ਆਪ ਤੇ ਦਿਖਦਾ ਹੀ ਨਹੀਂ ਹੈ। ਇੱਕ ਹੱਥ ਦੇਣ ਦੇ, ਇੱਕ ਹੱਥ ਲੈਣ ਦੇ, ਡਾਢੇ ਬੇਇਤਬਾਰੇ। ਇਤਬਾਰ ਨਹੀਂ ਹੈ, ਨਹੀਂ ਕਿ ਮੈਂ ਬਾਅਦ ਦੇ ਵਿੱਚ ਆਪਣੀ ਮਤ ਦੇਵਾਂਗਾ, ਪਹਿਲਾਂ ਮੈਨੂੰ ਗੁਰਮਤ ਮਿਲ ਜਾਏ। ਤੂੰ ਆਪਣੀ ਮਤ ਦੇ। ਆਪਣੇ ਆਪ ਨੂੰ ਤੂੰ ਨਹੀਂ ਦੇਖ ਪਾ ਰਿਹਾ, ਧਿਆਨ ਤੇਰਾ ਆਪਣੇ ਤੇ ਨਹੀਂ ਆ ਰਿਹਾ, ਗੁਰੂ ਦੀ ਮਤ ਲੈ ਲੈ। ਜਿਨ੍ਹਾਂ ਦੇ ਕੋਲੇ ਗੁਰੂ ਦੀ ਮਤ ਹੁੰਦੀ ਹੈ ਉਹਨਾਂ ਦੀਆਂ ਅੱਖਾਂ ਦੇ ਵਿੱਚ ਮਸਤੀ ਹੁੰਦੀ ਹੈ। ਦੇਖਦਾ ਮਨੁੱਖ, ਇਹਦੀ ਅੱਖਾਂ ਦੇ ਵਿੱਚ ਬੜੀ ਮਸਤੀ ਸੀ, ਬੜਾ ਸਰੂਰ ਸੀ। ਜੇ ਤੂੰ ਨੈਣ ਨਸ਼ੀਲੇ ਲੈਣੇ, ਦਿਲ ਜਾਂ ਮਜ਼ਹਬ ਧਰ ਜਾ ਗਹਿਣੇ। ਬਸ ਆਪਣੀ ਅਕਲ ਤੂੰ ਗਹਿਣੇ ਧਰ ਦੇ। ਲਾਣਾ ਐਵੇਂ ਲਾਰੇ ਲੱਪੇ, ਨੈਣ ਨਾ ਮਿਲਣ ਉਦਾਰੇ। ਟਾਲ ਮਟੋਲੇ ਨਾ ਕਰ, ਪਹਿਲਾਂ ਝਲਕ ਮਿਲ ਜਾਏ, ਰਸ ਮਿਲ ਜਾਏ, ਫਿਰ ਆਪਣੀ ਅਕਲ ਦੇਵਾਂਗੇ। ਇਹ ਨਹੀਂ, ਐਵੇਂ ਤੂੰ ਸਮਾਂ ਪਾਸ ਕਰੀ ਜਾਏ। ਨੈਣਾ ਵਾਲਿਆਂ ਦਿੱਤਾ ਹੋਕਾ, ਔਰ ਗੁਰੂ ਨੇ ਐਲਾਨੀਆਂ ਆਖਿਆ ਮੇਰੀ ਮਤ ਦਾ ਕੋਈ ਮੁੱਲ ਤਾਰੇ। ਜੇ ਕੋਈ ਤਾਰੇ ਮੁੱਲ ਇਹਨਾਂ ਦਾ, ਝੁੰਗੇ ਦੇ ਵਿੱਚ ਉਸ ਨੂੰ ਦੇ ਦਈਏ ਨਾਲੇ ਆਲਮ ਸਾਰੇ। ਤੇਰੇ ਕੋਲੇ ਔਗਣ ਹੀ ਔਗਣਾਂ ਦਾ ਗਿਆਨ। ਤੂੰ ਕਿਧਰੇ ਗੁਰੂ ਦੀ ਮਤ ਦਾ ਮੁੱਲ ਤਾਰੇ। ਪੁਰਾਣੇ ਸਮਿਆਂ ਦੇ ਵਿੱਚ, ਅੱਜ ਕੱਲ ਤੇ ਵੇਚਣ ਦਾ ਵੀ ਤਰੀਕਾ ਬਦਲ ਗਿਆ ਹੈ, ਉਹ ਚੀਜ਼ ਦਿੰਦੇ ਸਨ, ਰਾਲ ਝੁੰਗਾ ਵੀ ਦਿੰਦੇ ਸੀ। ਮੁੱਲ ਦੇ, ਤੂੰ ਆਪਣੀ ਮਤ ਦੇ, ਸਾਰੇ ਆਲਮ ਸਾਰਾ ਗਿਆਨ ਤੈਨੂੰ ਝੁੰਗੇ ਦੇ ਵਿੱਚ, ਝੁੰਗੇ ਦੇ ਵਿੱਚ ਉਸ ਨੂੰ ਦੇ ਦਈਏ ਨਾਲੇ ਆਲਮ ਸਾਰੇ। ਧੰਨਾ ਸਿੰਘ ਕਾਹੀ ਦੇ ਕੋਲ ਗੁਰੂ ਦੀ ਮਤ ਹੈ, ਉਹਨੇ ਆਪਣੀ ਮਤ ਦਿੱਤੀ ਹੈ। 52 ਕਵੀਆਂ ਦੇ ਵਿੱਚ ਦਰਬਾਰੀ ਕਵੀ ਹੈ, ਔਰ ਚੰਗੇ ਚੰਗੇ ਕਵੀਆਂ ਦਾ ਉਹ ਹੰਕਾਰ ਭੰਨ ਕੇ ਰੱਖ ਦਿੰਦਾ ਹੈ। ਇਤਿਹਾਸ ਹੈ ਬਕਾਇਦਾ। ਦੱਸੀ ਮੈਨੂੰ ਮੁਰਸ਼ਿਦ ਜਾਨੀ, ਖਰੇ ਨੈਣਾ ਦੀ ਇੱਕ ਨਿਸ਼ਾਨੀ ਹੈ। ਜਿਨ੍ਹਾਂ ਦੇ ਕੋਲੇ ਗੁਰੂ ਦੀ ਮਤ ਹੁੰਦੀ ਹੈ ਉਹਨਾਂ ਦੀਆਂ ਅੱਖਾਂ ਦੇ ਵਿੱਚ ਮਸਤੀ ਹੁੰਦੀ ਹੈ, ਸਰੂਰ ਹੁੰਦਾ ਹੈ। ਜਿੰਨੇ ਭੋਲੇ, ਬੜੇ ਭੋਲੇ ਨੇਤਰ ਹੁੰਦੇ ਨੇ, ਉਹ ਤੇ ਪਛਾਣ ਕਰ ਲੈਂਦੇ ਨੇ, ਆਮ ਮਨੁੱਖ ਦੇਖ ਲੈਂਦੇ ਨੇ ਇਹਦੀ ਅੱਖ ਠੀਕ ਨਹੀਂ ਹੈ। ਪਛਾਣ ਕਰਨੀ ਵੀ ਅੱਖ ਤੋਂ ਕਰੋ। ਇਹਦੀ ਅੱਖ ਠੀਕ ਨਹੀਂ ਲੱਗਦੀ ਮੈਨੂੰ, ਦੇਖੋ ਅੱਖਾਂ ਨੂੰ, ਉਹਦੀਆਂ ਅੱਖਾਂ ਨੂੰ ਦੇਖੋ, ਰਸ ਹੈ ਵੀ ਕਿ ਨਹੀਂ, ਕੋਈ ਖੇੜਾ ਲੱਭਿਆ ਵੀ ਕਿ ਨਹੀਂ, ਇਹਦੀ ਅੱਖਾਂ 'ਚ ਪਤਾ ਲੱਗਦਾ ਵੀ ਕਿ ਨਹੀਂ। ਆਪਣੀ ਅਕਲ ਦੇ ਨਾਲ ਅੱਖਾਂ ਦੇ ਵਿੱਚ ਚਿੰਤਾਵਾਂ ਹੁੰਦੀਆਂ ਨੇ, ਬੇਚੈਨੀ ਹੁੰਦੀ ਹੈ। ਗੁਰੂ ਦੀ ਮਤ ਦੇ ਨਾਲ ਸਰੂਰ ਹੁੰਦਾ ਹੈ, ਮਸਤੀ ਹੁੰਦੀ ਹੈ, ਭੋਲਾਪਣ ਹੁੰਦਾ ਹੈ, ਨਿਮਰਤਾ ਹੁੰਦੀ ਹੈ। ਫਿਰ ਜੋ ਪ੍ਰੋਫੈਸਰ ਮੋਹਨ ਸਿੰਘ ਅਖੀਰ ਦੇ ਵਿੱਚ ਆਖਦੇ ਨੇ, ਲੰਬੀ ਚੌੜੀ ਰਚਨਾ ਤੋਂ ਬਾਅਦ, ਚੁੱਕ ਹਟਿਓ ਨੈਣਾ ਦਾ ਡੇਰਾ, ਮੋਹਣ ਭਾ ਨਹੀਂ ਬਣਦਾ ਮੇਰਾ। ਦਿਲ ਹੈ ਹਜੇ ਮੇਰਾ ਹੌਲੇ ਮੁੱਲ ਦਾ, ਇਹ ਨਹੀਂ ਭਾ ਕਰੇਂਦਾ ਭਾਰੇ। ਮਨੁੱਖੀ ਮਨ, ਮਨੁੱਖ ਇਤਨਾ ਇਹ ਮਹਿੰਗਾ ਸੌਦਾ ਨਹੀਂ ਕਰਦਾ ਵੀ ਆਪਣੀ ਅਕਲ ਮੈਂ ਦੇ ਦੇਵਾਂ, ਗੁਰੂ ਦੀ ਮਤ ਲੈ ਲਵਾਂ। ਹੌਲੇ ਮੁੱਲ ਦਾ, ਸਸਤੇ ਜੇ ਸੌਦੇ, ਸਸਤੇ ਜੇ ਸੌਦਿਆਂ ਦੇ ਨਾਲ ਖੇਡ ਨਹੀਂ ਬਣਦੀ। ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਗਲੀ ਮੇਰੀ ਆਓ, ਸਿਰ ਤਰ ਤਲੀ ਗਲੀ ਮੇਰੀ ਆਓ। ਤੂੰ ਸਰੂਰ ਲੈਣਾ, ਰਸ ਲੈਣਾ, ਆਪਣੀ ਅਕਲ ਨੂੰ ਆਪਣੀ ਤਲੀ ਤੇ ਰੱਖ ਕੇ ਆ, ਇਹ ਪੇਟਾ ਲੈ ਕੇ ਆ। ਕਬੀਰ ਜੋ ਤੋਹੇ ਸਾਧ ਪਿਰਮ ਕੀ, ਸੀਸ ਕਾਟ ਕਰ ਗੋਏ।
ਮਹਾਰਾਜ ਆਖਦੇ ਨੇ ਤੂੰ ਤਲੀ ਤੇ ਆਪਣੇ ਸਿਰ ਨੂੰ ਰੱਖ ਕੇ ਅਕਲ ਨੂੰ ਰੱਖ ਕੇ ਆ। ਭਗਤ ਕਬੀਰ ਜੀ ਆਖਦੇ ਨੇ ਤੂੰ ਆਪਣੀ ਅਕਲ ਨੂੰ ਕੱਟ ਕੇ ਉਹਦੀ ਗੇਂਦ ਬਣਾ, ਸੀਸ ਕਾਟ ਕਰ ਗੋਏ। ਖੇਲਤ ਖੇਲਤ ਹਾਲ ਕਰ, ਜੋ ਕਿਛ ਹੋਏ ਸੋ ਹੋਏ। ਬਸ ਤੂੰ ਇਹ ਕੰਮ ਕਰ, ਅੱਗੇ ਜੋ ਹੋਵੇ ਉਹ ਦੇਖੀ ਜਾਏਗੀ। ਉਹ ਇਸ ਵਾਸਤੇ ਕਹਿ ਰਹੇ ਨੇ ਅੱਗੇ ਆਨੰਦ ਹੀ ਆਨੰਦ ਹੈ, ਰਸ ਹੀ ਰਸ ਹੈ। ਪਾਵਨ ਮੁਖ ਵਾਕ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੁਆਰਾ ਉਚਾਰਨ ਸਾਰੰਗ ਰਾਗ ਦਾ ਵਿਆਖਿਆ ਬਖਸ਼ੀ ਹੋਈ ਮਤ ਦੇ ਅਨੁਸਾਰ ਆਪ ਜੀ ਦੇ ਅੱਗੇ ਬਿਆਨ ਕਰਨਾ ਕੀਤੀ ਹੈ। ਅਖਰੀ ਅਰਥ ਆਪ ਜੀ ਸਰਵਣ ਕਰੋ। ਇੱਕ ਵਾਰ ਪਿਆਰ ਸਤਿਕਾਰ ਦੇ ਨਾਲ ਉਚਾਰਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਾਰੰਗ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ, ਸਾਰੰਗ ਰਾਗ। ਆਪਣੀ ਇਤਨੀ ਕਛੂ ਨਾ ਸਾਰੀ। ਮਹਾਰਾਜ ਆਖਦੇ ਨੇ ਬੜੀ ਦੌਲਤ ਹੈ ਮਨੁੱਖ ਦੇ ਕੋਲ, ਇਤਨੀ ਹੈ ਵੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ, ਪਰ ਸੰਭਾਲ ਹੀ ਨਹੀਂ ਕੀਤੀ ਕਦੀ। ਸੰਭਾਲ ਤੇ ਤਾਂ ਕਰਦਾ ਜੇ ਕਦੇ ਧਿਆਨ ਆਪਣੇ ਤੇ ਆਉਂਦਾ, ਆਪਣੀ ਅਕਲ ਦੇ ਨਾਲ ਧਿਆਨ ਦੂਸਰਿਆਂ ਦੇ ਉੱਪਰ। ਆਪਣੇ ਸਮੇਂ ਦਾ ਬੜਾ ਗਹਿਰਾ ਮਨੁੱਖ ਭੀਖਾ, ਉਹਦਾ ਦੋਹਰਾ ਹੈ। ਇਹ ਕਹਿੰਦਾ ਭੀਖਾ ਭੂਖਾ ਕੋ ਨਹੀਂ, ਕਹਿੰਦਾ ਇੱਕ ਵੀ ਮਨੁੱਖ ਭੁੱਖਾ ਨਹੀਂ ਹੈ। ਸਭ ਕੀ ਗੰਠੜੀ ਲਾਲ। ਹਰੇਕ ਮਨੁੱਖ ਦੇ ਪੱਲੇ ਦੇ ਵਿੱਚ ਲਾਲ ਹੀ ਲਾਲ ਹੈ। ਗੰਠੜੀ ਖੋਲ ਨਾ ਜਾਣੇ ਯਾਬਿਦ ਪਇਓ ਕੰਗਾਲ। ਅਮੀਰੀ ਦੇ ਹੁੰਦਿਆਂ, ਮਹਾਰਸ ਆਨੰਦ ਦੇ ਹੁੰਦਿਆਂ, ਪਰੇਸ਼ਾਨੀ ਦੇ ਵਿੱਚ, ਸੰਤਾਪ ਚਿੰਤਾਵਾਂ ਦੇ ਵਿੱਚ, ਗਰੀਬੀ ਦੇ ਵਿੱਚ ਮਨੁੱਖ ਜ਼ਿੰਦਗੀ ਬਤੀਤ ਕਰਦਾ ਹੈ। ਕਿਉਂ? ਗੰਠੜੀ ਖੋਲ ਨਾ ਜਾਣੇ। ਹੈਗਾ ਤੇ ਲਾਲ ਸੀ, ਪਰ ਗੰਢ ਖੋਲਣ ਦਾ ਪਤਾ ਨਹੀਂ ਸੀ, ਇਸ ਕਰਕੇ ਗਰੀਬੀ ਬਣੀ। ਭੀਖਾ ਤੇ ਆਖਦਾ ਵੀ ਇੱਕੋ ਲਾਲ ਹੈ, ਮਹਾਰਾਜ ਤੇ ਆਖਦੇ ਨੇ ਇੱਕ ਲਾਲ ਨਹੀਂ ਹੈ। ਕੋਠੜੀ ਹੈ ਮਨੁੱਖ ਦੇ ਕੋਲ ਰਤਨਾਂ ਦੀ, ਸਤਿਗੁਰ ਸ਼ਬਦ ਉਜਾਰੋ ਦੀਪਾ। ਅੰਧਕਾਰ ਬਿਨਸਿਓ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਇਹ ਤੇ ਪਰਮਾਤਮਾ ਦੇ ਵੱਲੋਂ ਹੀ ਰੱਖੀ ਸੀ, ਕੋਠੜੀ ਰੱਖੀ ਸੀ ਗੁਣਾਂ ਦੀ, ਰਤਨਾਂ ਦੀ, ਜਿਹਦੀ ਤੁਲਨਾ ਵੀ ਨਹੀਂ ਸੀ ਦਿੱਤੀ ਜਾ ਸਕਦੀ। ਰਤਨ ਅੰਧਕਾਰ ਬਿਨਸਿਓ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਇਹ ਕੋਠੜੀ ਤੇ ਸੀ, ਪਰ ਆਪਣੀ ਮਤ ਦੇ ਨਾਲ ਕਦੀ ਧਿਆਨ ਹੀ ਨਹੀਂ ਸੀ ਆਇਆ, ਸੰਭਾਲ ਹੀ ਨਹੀਂ ਸੀ ਕੀਤੀ, ਧਿਆਨ ਦੂਸਰਿਆਂ ਦੇ ਉੱਪਰ। ਜ਼ਫਰਨਾਮਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਨੇ ਔਰੰਗਜ਼ੇਬ ਨੂੰ ਲਿਖਿਆ ਹੈ। ਆਪਣੀ ਮਤ ਤੇ ਗੁਰਮਤ ਦੋਨਾਂ ਦਾ ਜ਼ਿਕਰ ਹੈ। ਔਰੰਗਜ਼ੇਬ ਧਾਰਮਿਕ ਕਰਮ ਤੇ ਕਰਦਾ ਹੈ, ਪਰ ਮਤ ਆਪਣੀ ਹੈ ਉਹਦੇ ਕੋਲ। ਖੁਦਾ ਵਾਲੀ, ਪੈਗੰਬਰ ਵਾਲੀ ਮਤ ਨਹੀਂ ਹੈ, ਆਪਣੀ ਮਤ ਉਹਨੇ ਛੱਡੀ ਨਹੀਂ ਹੈ। ਘਰ ਤੁਰਾ ਨਜ਼ਰ, ਹਸਤ ਲਸ਼ਕਰ ਵਾਜ਼ਰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਔਰੰਗਜ਼ੇਬ ਤੇਰੀ ਨਿਗਾਹ ਫੌਜਾਂ ਤੇ ਹੈ, ਸੋਨੇ ਚਾਂਦੀ ਤੇ ਹੈ, ਦੌਲਤ ਤੇ ਹੈ। ਫਿਰ ਮਹਾਰਾਜ ਆਪਣੀ ਨਿਗਾਹ ਦਾ ਜ਼ਿਕਰ ਕਰਦੇ ਨੇ ਕਿ ਮਾਰਾ ਨਿਗਾਹ ਅਸਤ ਯਜ਼ਦਾ ਸ਼ੁਕਰ। ਮੇਰੀ ਨਿਗਾਹ ਪਰਮਾਤਮਾ ਦੇ ਸ਼ੁਕਰਾਨੇ ਤੇ, ਤੇਰੀ ਧਿਆਨ ਬਾਹਰ ਹੀ ਬਾਹਰ, ਮੇਰਾ ਧਿਆਨ ਆਪਣੇ ਤੇ ਹੈ। ਤੇਰੇ ਤੇ ਮੇਰੇ ਵਿਚਕਾਰ ਇਹ ਫਰਕ ਹੈ। ਸਭ ਕੁਝ ਹੋਣ ਦੇ ਬਾਵਜੂਦ ਤੂੰ ਪਰੇਸ਼ਾਨ ਦਾ ਪਰੇਸ਼ਾਨ ਹੈ। ਸਾਡਾ
ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ, ਕਿਲੇ ਨਾਸ ਹੋ ਗਏ ਨੇ, ਫਿਰ ਵੀ ਅਸੀਂ ਆਨੰਦ ਦੇ ਵਿੱਚ ਹਾਂ। ਨਾ ਸਾਜੋ ਨਾ ਬਾਜੋ, ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਿੰਦ ਈ ਐਸ਼ੋ ਅਰਸ਼। ਫਿਰ ਵੀ ਆਨੰਦ ਹੀ ਆਨੰਦ ਹੈ। ਧਿਆਨ ਆਪਣੇ ਤੇ। ਆਪਣੀ ਇਤਨੀ ਕਛੂ ਨਾ ਸਾਰੀ, ਬੜੀ ਦੌਲਤ ਸੀ, ਅਥਾਹ ਸੰਪਦਾ ਸੀ, ਪਰ ਮਹਾਰਾਜ ਆਖਦੇ ਨੇ ਕਦੀ ਸੰਭਾਲ ਹੀ ਨਹੀਂ ਕੀਤੀ। ਸਾਰੀ ਜ਼ਿੰਦਗੀ ਚਿੰਤਾਵਾਂ ਦੇ ਵਿੱਚ, ਸੰਤਾਪ ਪਰੇਸ਼ਾਨੀਆਂ ਦੇ ਵਿੱਚ ਬਤੀਤ ਕੀਤੀ। ਅਨਕ ਕਾਜ ਅਨਕ ਧਾਵਰਤਾ, ਬਸ ਅਨੇਕਾਂ ਹੀ ਕੰਮ ਹੀ ਕੰਮ ਹੈ। ਮਸਲੇ ਸੁਲਝਦੇ ਹੀ ਨਹੀਂ ਨੇ ਆਪਣੀ ਮਤ ਦੇ ਨਾਲ। ਅਨੇਕਾਂ ਭਟਕਣਾਵਾਂ, ਸੁਲਝਾ ਕੇ ਵੀ ਮਸਲੇ ਅਨੇਕਾਂ ਬਣੇ ਰਹਿੰਦੇ ਨੇ, ਵੱਧਦੇ ਜਾਂਦੇ ਨੇ ਸਮੇਂ ਦੇ ਨਾਲ। ਅਨੇਕਾਂ ਤਰ੍ਹਾਂ ਦੀ ਭਟਕਣਾ ਬਣੀ ਰਹਿੰਦੀ ਹੈ। ਉਰਜੋ ਆਨ ਜੰਜਾਰੀ, ਬਸ ਉਲਝ ਜਾਂਦਾ ਹੈ ਮਨੁੱਖ ਜੰਜਾਲਾਂ ਦੇ ਵਿੱਚ, ਜਿਹਦਾ ਕੋਈ ਹੱਲ ਵੀ ਨਹੀਂ ਲੱਭਦਾ। ਰਹਾਓ ਦਿਓਸ ਚਾਰ ਕੇ ਦੀਸੇ ਸੰਗੀ, ਉਹਾਂ ਨਾਹੀ ਜੈ ਪਾਰੀ। ਆਪਣੀ ਅਕਲ ਦੇ ਨਾਲ ਜਿਹੜੇ ਤੇਰੇ ਮਿੱਤਰ ਬਣੇ ਨੇ, ਸੰਬੰਧੀ ਬਣੇ ਨੇ, ਸਾਥੀ ਬਣੇ ਨੇ, ਬੜੇ ਨਿਕਟਵਰਤੀ ਨੇ, ਬੜੇ ਪਿਆਰੇ ਨੇ, ਕੇਵਲ 4 ਦਿਨਾਂ ਦੇ ਨੇ। ਉਹਾਂ ਨਾਹੀ ਜੈ ਭਾਰੀ, ਜਿੱਥੇ ਬੜੀਆਂ ਭਾਰੀਆਂ ਵਿਪਤਾਵਾਂ ਨੇ। ਜਹ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਉਹਾਂ ਨਾਮ ਤੇਰੇ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮਦਲ ਹੈ। ਜਿਹੜਾ ਬੜਾ ਵਿਖੜਾ ਪਿੰਡ ਹੈ, ਉਥੇ ਇਹ ਸਾਰੇ ਜਿਹਦੇ ਕੋ ਵੀ ਨਹੀਂ ਗਿਣੇ ਜਾਂਦੇ, ਜਿਹੜੇ ਤੂੰ ਆਪਣੀ ਮਤ ਦੇ ਨਾਲ ਤੈਨੂੰ ਸਾਥੀ ਪ੍ਰਤੀਤ ਹੁੰਦੇ ਨੇ, ਉਥੇ ਇਹਨਾਂ ਦੇ ਵਿੱਚੋਂ ਕੋਈ ਵੀ ਸੰਗੀ ਨਹੀਂ। ਪਰ ਗੁਰੂ ਦੀ ਮਤ ਦੇ ਨਾਲ ਜਿਹੜੇ ਸਾਥੀ ਬਣਦੇ ਨੇ, ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਓਏ ਜੀਵਨ ਦੇ ਵਿਛੜੇ, ਓਏ ਮੋਇਆ ਨਾ ਜਾਈ ਛੋੜ। ਆਪਣੀ ਮਤ ਦੇ ਨਾਲ ਜਿਹੜੇ ਤੈਨੂੰ ਮਿਲੇ ਨੇ, ਤੈਨੂੰ ਲੱਗਦਾ ਮੇਰੇ ਨੇ, 4 ਦਿਨਾਂ ਦੇ ਵਿੱਚ ਛੱਡ ਜਾਣਗੇ। ਪਰ ਜੋ ਗੁਰੂ ਦੀ ਮਤ ਦੇ ਨਾਲ ਸਾਥੀ ਬਣਦੇ ਨੇ, ਸੰਗੀ ਬਣਦੇ ਨੇ, ਉਹ ਹਮੇਸ਼ਾ ਨਾਲ ਰਹਿੰਦੇ ਨੇ, ਚਲਦਿਆਂ ਵੀ ਨਾਲ ਚਲਦੇ ਨੇ, ਕਦੇ ਵੀ ਵਿਛੜਦੇ ਨਹੀਂ ਨੇ। 300 ਰਾਚ ਮਾਚ ਹਿਤ ਚਿਤ ਲਾਇਓ, 300 ਰਾਚ ਮਾਚ ਹਿਤ ਲਾਇਓ। ਆਪਣੀ ਮਤ ਦੇ ਨਾਲ ਤੂੰ ਜਿਨ੍ਹਾਂ ਦੇ ਨਾਲ ਮਿਲਿਆ, ਜਿਨ੍ਹਾਂ ਦੇ ਨਾਲ ਤੂੰ ਚਿੱਤ ਲਾਇਆ, ਜੋ ਕਾਮ ਨਹੀਂ ਗਾਵਾਰੀ, ਅੱਗੇ ਤੇਰੇ ਕਿਧਰੇ ਵੀ ਕੰਮ ਆਉਣ ਵਾਲੇ ਨਹੀਂ ਨੇ। ਹਉ ਨਾਹੀ ਕਛ ਮੇਰਾ, ਨਾ ਹਮਰੋ ਬਸ ਚਾਰੀ। 4 ਪੰਕਤੀਆਂ ਸਮੱਸਿਆਵਾਂ ਦਾ ਜ਼ਿਕਰ ਨੇ, ਮੁਸ਼ਕਲ ਦਾ ਜ਼ਿਕਰ ਹੈ, ਪਰੇਸ਼ਾਨੀ ਦਾ ਜ਼ਿਕਰ ਹੈ। ਪਰੇਸ਼ਾਨੀ ਹੈ ਆਪਣੀ ਮਤ, ਬਸ ਧਿਆਨ ਦੂਸਰਿਆਂ ਦੇ ਉੱਪਰ, ਔਗਣਾਂ ਦੇ ਉੱਪਰ। ਗੁਰੂ ਦੀ ਜਿਹੜਾ ਮਨੁੱਖ ਦੇਖ ਲੈਂਦਾ ਹੈ ਆਪਣੀ ਅਕਲ ਦਾ ਔਗਣ, ਉਹ ਮਨੁੱਖ ਫਿਰ ਅਰਦਾਸਾਂ ਕਰਦਾ, ਹੇ ਗੁਰੂ ਕਿਰਪਾ ਕਰ, ਮੈਂ ਆਪਣੀ ਮਤ ਤੇਰੇ ਚਰਨਾਂ ਦੇ ਵਿੱਚ ਭੇਟਾ ਕਰ ਸਕਾਂ। ਆਪਣੇ ਆਪ ਛੱਡਣੀ ਸੌਖੀ ਗੱਲ ਨਹੀਂ ਹੈ। ਔਗਣਾਂ ਨੂੰ ਦੇਖ ਕੇ ਛੱਡਣ ਦੀ ਭਾਵਨਾ ਬਣਦੀ ਹੈ, ਮੈਂ ਛੱਡ ਦੇਵਾਂ। ਪਤਾ ਚੱਲਦਾ ਆਪਣੇ ਆਪ ਤੇ ਛੱਡੀ ਨਹੀਂ ਜਾਂਦੀ। ਮਨ ਕੀ ਮਤ ਤਿਆਗੋ ਹਰ ਜਨ, ਇਹਾ ਬਾਤ ਕਠੈਨੀ। ਅਰਦਾਸ ਉਸ ਕੰਮ ਦੀ ਨਿਕਲਦੀ ਹੈ ਜੋ ਕੰਮ ਖੁਦ ਨਾ ਕਰ ਸਕੀਏ, ਉਸ ਕੰਮ ਦੀ ਅਰਦਾਸ ਨਿਕਲਦੀ ਹੈ। ਅਗਰ ਮੱਖਣ ਸ਼ਾਹ ਲੁਬਾਣਾ, ਭਾਈ ਮੱਖਣ ਸ਼ਾਹ ਲੁਬਾਣਾ
ਆਪਣਾ ਜਹਾਜ਼ ਆਪ ਕੱਢ ਲੈਂਦੇ, ਅਰਦਾਸ ਕਰਨ ਦੀ ਲੋੜ ਹੀ ਨਹੀਂ ਸੀ। ਨਹੀਂ ਕੱਢ ਸਕੇ, ਕਈ ਦਿਨਾਂ ਦੇ ਬਾਅਦ ਫਿਰ ਅਰਦਾਸ ਕੀਤੀ। ਦੇਖ ਕੇ ਛੱਡਣ ਦੀ ਭਾਵਨਾ ਬਣਦੀ ਹੈ, ਫਿਰ ਪਤਾ ਚੱਲਦਾ ਸੌਖਾ ਕੰਮ ਨਹੀਂ ਅਕਲ ਨੂੰ ਛੱਡਣਾ। ਮਨ ਕੀ ਮਤ ਤਿਆਗੋ ਹਰ ਜਨ, ਇਹਾ ਬਾਤ ਕਠੈਨੀ, ਬੜਾ ਕਠਿਨ ਕੰਮ ਹੈ ਅਕਲ ਨੂੰ ਛੱਡਣਾ, ਤੇ ਮਰਨ ਦੇ ਬਰਾਬਰ ਹੈ। ਹਉ ਨਾਹੀ ਨਾਹੀ ਕਛ ਮੇਰਾ, हे गुरु हे परमात्मा, मैं कुछ भी नहीं है, ना ही कोई मेरा है, ना हमरो बस चारी, मेरा कोई बस भी नहीं चलता। ये नहीं कि मैं देखते लिया हूं मैं छड़ देवां अपनी आप। करण करावन नानक के प्रभ, हे परमात्मा तू ही कृपा करने वाला है, मत देने वाला है, फिर तू गुरु दे राही समझाउण वाला है। मनुखी अकल दे आ औगण ने, फिर हे गुरु हे परमात्मा तू आप ही कृपा करके मत छडाउण वाला है, साडा कोई भी बस नहीं है। करण करावन नानक के प्रभ, संतन संग उदारी, हे परमात्मा मेरे ते कृपा कर, संतां दी संगत, साधुआं दी संगत, गुरु दी संगत ਇਹ ਮੈਨੂੰ ਬਖਸ਼ਿਸ਼ ਕਰ। ਉਹਨਾਂ ਦੀ ਸੰਗਤ ਦਾ ਸਦਕਾ ਮੇਰੇ ਜੀਵਨ ਦੇ ਵਿੱਚ ਮੇਰੀ ਮਤ ਛੁੱਟ ਜਾਏ। ਗੁਰੂ ਦੀ ਆਪਣੀ ਮਤ ਨੂੰ ਤਿਆਗ ਦਿਆਂ, ਗੁਰੂ ਦੀ ਮਤ ਲਿਆਂ, ਜਦ ਵੀ ਧਿਆਨ ਆਪਣੇ ਤੇ ਆਇਆ, ਆਪਣੀ ਮਤ ਦੇ ਨਾਲ ਤੇ ਇਹ ਲੱਗਦਾ ਸਾਰੀ ਦੁਨੀਆ ਹੀ ਮਾੜੀ ਹੈ, ਕਲਯੁਗ ਆ ਗਿਆ, ਮਾੜੇ ਹੀ ਮਾੜੇ ਨੇ ਸਾਰੇ। ਆਪਣੀ ਮਤ ਦੇ ਨਾਲ ਸਾਰੇ ਹੀ ਚੰਗੇ ਲੱਗਣ ਲੱਗ ਪੈਂਦੇ, ਗੁਰੂ ਦੀ ਮਤ ਦੇ ਨਾਲ ਸਾਰੇ ਚੰਗਣ ਲੱਗ ਪੈਂਦੇ ਨੇ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਗੁਰੂ ਦੀ ਮਤ ਦੇ ਨਾਲ ਧਿਆਨ ਆਪਣੇ ਤੇ ਆਇਆ, ਸਾਰੀ ਦੁਨੀਆ ਚੰਗੀ ਲੱਗਣ ਲੱਗ ਪਈ ਹੈ, ਮੈਨੂੰ ਛੱਡ ਕੇ ਸਾਰੇ ਚੰਗੇ ਨੇ। जिन ऐसा कर बूझिया, मीत हमारा सोए। कबीर जी आखदे ने जेड़े मनुख ने ये बुझ लिया सारे ही चंगे ने मेरे तो बिना, इन्हें गुरु की मत लै लई है, मीत हमारा सोए, ये साडा मित्र है। और जिहदे भगत मित्र बनन उही मनुख ਉਹਨਾਂ ਦੀ ਸੰਗਤ ਦਾ ਸਦਕਾ, ਗੁਰੂ ਦੀ ਕਿਰਪਾਲਤਾ ਦਾ ਸਦਕਾ ਪਰਮਾਤਮਾ ਦੇ ਵਿੱਚ ਲੀਨ ਹੁੰਦਾ ਹੈ। ਗੁਰੂ ਹਜ਼ੂਰੀ ਦੇ ਵਿੱਚ ਆਇਆ, ਪਾਵਨ ਉਪਦੇਸ਼ ਨੂੰ ਸਰਵਣ ਕਰਦੇ ਹਾਂ, ਆਪਣੀ ਅਕਲ ਦਾ ਦੋਸ਼ ਵੀ ਮੇਰੇ ਤੋਂ ਬਿਨਾਂ ਧਿਆਨ, ਮੇਰਾ ਧਿਆਨ ਮੇਰੇ ਤੋਂ ਬਿਨਾਂ ਬਾਕੀ ਸਾਰਿਆਂ ਤੇ ਹੈ, ਇਹ ਦਿਖਾਈ ਪਵੇ, ਆਪਣੀ ਮਤ ਛੱਡਣ ਦੀ ਭਾਵਨਾ ਬਣੇ। ਗੁਰੂ ਦੀ ਕਿਰਪਾਲਤਾ ਦੇ ਸਦਕਾ ਆਪਣੀ ਮਤ ਦਾ ਤਿਆਗ ਹੋਵੇ, ਗੁਰੂ ਦੀ ਮਤ ਪ੍ਰਾਪਤ ਹੋਵੇ, ਹਰ ਜਗ੍ਹਾ ਹਰ ਸਮੇਂ ਦਾ ਆਨੰਦ ਬਣੇ। ਇਤਨੀਆਂ ਕੁ ਵਿਚਾਰਾਂ ਆਪ ਜੀ ਦੇ ਅੱਗੇ ਬਿਆਨ ਕੀਤੀਆਂ ਨੇ। ਭੁੱਲਾਂ ਚੁੱਕਾਂ ਹੋ ਜਾਣੀਆਂ ਸੁਭਾਵਿਕ ਨੇ, ਭੁੱਲ ਚੁੱਕ ਦੇ ਲਈ ਮਾਫੀ ਦੇਣੀ। ਸਮੂਹ ਸਾਧ ਸੰਗਤ, ਪ੍ਰਬੰਧਕ ਕਮੇਟੀ, ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।